Hello, lesson 3rd, class 9th. In the flood. ਹੜ੍ਹ ਵਿੱਚ, written by Thakazi Sivasankara Pillai. There were heavy rains. ਭਾਰੀ ਮੀਂਹ ਪਿਆ. The village was flooded. ਪਿੰਡ ਵਿੱਚ ਹੜ੍ਹ ਆ ਗਏ. ਚਿੰਨਾ ਪਰਾਇਆ left the village along with his family. ਚਿੰਨਾ ਪਰਾਇਆ ਆਪਣੇ ਪਰਿਵਾਰ ਸਮੇਤ ਪਿੰਡ ਛੱਡ ਗਿਆ. His dog was left behind. ਉਸਦਾ ਕੁੱਤਾ ਪਿੱਛੇ ਰਹਿ ਗਿਆ. Was the dog safe? ਕੀ ਕੁੱਤਾ ਸੁਰੱਖਿਅਤ ਸੀ? What happened to him? ਉਸ ਨੂੰ ਕੀ ਹੋਇਆ ਜਾਂ ਉਸ ਦਾ ਕੀ ਬਣਿਆ? The temple was the highest point in the village. ਮੰਦਰ ਪਿੰਡ ਵਿੱਚ ਸਭ ਤੋਂ ਉੱਚਾ ਬਿੰਦੂ ਸੀ. What it was neck deep in water. Water everywhere. ਪਰ ਇਹ ਪਾਣੀ ਵਿੱਚ ਗਰਦਨ ਤੱਕ ਡੁੱਬਿਆ ਹੋਇਆ ਸੀ. ਸਭ ਜਗ੍ਹਾ ਪਾਣੀ ਹੀ ਪਾਣੀ ਸੀ. The villagers had all left for dry land. ਸਾਰੇ ਪਿੰਡ ਵਾਲੇ ਸੁੱਕੀ ਜਗ੍ਹਾ ਵੱਲ ਚਲੇ ਗਏ ਸਨ. There were 67 children huddled up. huddled ਦਾ ਮਤਲਬ ਇੱਕ ਦੂਜੇ ਨਾਲ ਜੁੜ ਕੇ ਬਹਿਣਾ. huddled up in one room in the attic of the temple. ਉੱਥੇ 67 ਬੱਚੇ ਜੋ ਮੰਦਰ ਦੇ ਸਭ ਤੋਂ ਉੱਪਰ ਵਾਲੇ ਇੱਕ ਕਮਰੇ ਵਿੱਚ ਇੱਕ ਢੇਰ ਦੀ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਪਏ ਸਨ. There were also 367 men and women. ਉੱਥੇ 367 ਪੁਰਸ਼ ਅਤੇ ਇਸਤਰੀਆਂ ਵੀ ਸਨ. As well as dogs, goats and fowls. ਕੁੱਤੇ, ਬੱਕਰੀਆਂ ਅਤੇ ਮੁਰਗੀਆਂ ਵੀ. All living together. ਇਹ ਸਾਰੇ ਇੱਕ ਸਾਥ ਰਹਿ ਰਹੇ ਸਨ, ਇਕੱਠੇ ਰਹਿ ਰਹੇ ਸਨ. No quarrels. ਕੋਈ ਲੜਾਈ ਨਹੀਂ ਹੋ ਰਹੀ ਸੀ. For 2 nights and a day. 2 ਰਾਤਾਂ ਅਤੇ ਇੱਕ ਦਿਨ ਤੱਕ ਚਿੰਨਾ ਪਰਾਇਆ had been braving the flood alone. ਚਿੰਨਾ ਪਰਾਇਆ ਇਕੱਲਾ ਹੀ ਹੜ੍ਹ ਦਾ ਮੁਕਾਬਲਾ ਕਰਦਾ ਰਿਹਾ ਸੀ. He had no boat. ਉਸਦੇ ਕੋਲ ਕੋਈ ਕਿਸ਼ਤੀ ਨਹੀਂ ਸੀ. It was now 3 days since his landlord left. ਉਸਦੇ ਜ਼ਮੀਨ ਦੇ ਮਾਲਿਕ ਨੂੰ ਗਏ ਹੋਏ 3 ਦਿਨ ਹੋ ਗਏ ਸਨ. ਚਿੰਨਾ ਪਰਾਇਆ had made a raised platform in the hut with the coconut husks and poles.
ਚਿੰਨਾ ਪਰਾਇਆ ਨੇ ਝੋਪੜੀ ਦੇ ਅੰਦਰ ਨਾਰੀਅਲ ਦੀ ਤੂੜੀ ਅਤੇ ਬੱਲੀਆਂ ਦੀ ਮਦਦ ਨਾਲ ਇੱਕ ਉੱਚਾ ਮੰਚ ਬਣਾ ਰੱਖਿਆ ਸੀ। ਹੀ ਸਟੇਡ ਇਨਸਾਈਡ ਦਾ ਹਟ ਫਾਰ 2 days hoping that the water would recede ਦਾ ਮਤਲਬ ਹੁੰਦਾ ਘਟਣਾ। ਚਿੰਨਾ 2 ਦਿਨ ਤੱਕ ਝੋਪੜੀ ਦੇ ਅੰਦਰ ਹੀ ਰੁਕਿਆ ਰਿਹਾ, ਇਹ ਆਸ਼ਾ ਕਰਦੇ ਹੋਏ ਕਿ ਪਾਣੀ ਉਤਰ ਜਾਏਗਾ। How could he leave the place so soon? ਉਹ ਉਸ ਜਗ੍ਹਾ ਨੂੰ ਇੰਨੀ ਜਲਦੀ ਕਿਵੇਂ ਛੱਡ ਸਕਦਾ ਸੀ। In the plot there were a few trees of banana and a haystack, and leaving the place would certainly mean leaving them at the mercy of thieves। ਜ਼ਮੀਨ ਦੇ ਉਸ ਟੁਕੜੇ ਵਿੱਚ ਕੁਝ ਕੇਲੇ ਦੇ ਪੇੜ ਸਨ, ਬਨਾਨਾ ਟਰੀ, ਅਤੇ ਸੁੱਕੀ ਘਾਹ ਦਾ ਢੇਰ ਸੀ, ਅਤੇ ਉਸ ਜਗ੍ਹਾ ਨੂੰ ਛੱਡ ਕੇ ਜਾਣ ਦਾ ਨਿਸ਼ਚੈ ਹੀ ਇਹ ਅਰਥ ਸੀ ਕਿ ਉਹਨਾਂ ਨੂੰ ਚੋਰਾਂ ਦੀ ਦਇਆ 'ਤੇ ਛੱਡ ਜਾਣਾ। Now the water had risen above the platform। ਹੁਣ ਪਾਣੀ ਚਬੂਤਰੇ ਦੇ ਉੱਪਰ ਆ ਗਿਆ ਸੀ। It had sunk a part of the hut too। ਇਸ ਨੇ ਝੋਪੜੀ ਦੇ ਇੱਕ ਹਿੱਸੇ ਨੂੰ ਵੀ ਡਬੋ ਦਿੱਤਾ ਸੀ। ਚਿੰਨਾ called out from inside। ਚਿੰਨਾ ਨੇ ਝੋਪੜੀ ਦੇ ਅੰਦਰੋਂ ਆਵਾਜ਼ ਲਗਾਈ। What who was there to listen to him? ਪਰ ਉੱਥੇ ਉਸ ਨੂੰ ਸੁਣਨ ਵਾਲਾ ਕੌਣ ਸੀ। His woman was pregnant। ਉਸਦੀ ਔਰਤ ਜੋ ਗਰਭਵਤੀ ਸੀ। 4 kids 4 ਬੱਚੇ। A cat ਇੱਕ ਬਿੱਲੀ। A dog were the only ones left there। ਇੱਕ ਕੁੱਤਾ ਸਿਰਫ ਇਹ ਹੀ ਸਨ ਜੋ ਉੱਥੇ ਰਹਿ ਗਏ ਸਨ। And he knew his and their end was near, as it would not take longer than a few hours for the whole hut to be submerged in water। ਉਹ ਜਾਣਦਾ ਸੀ ਕਿ ਉਸਦਾ ਅਤੇ ਉਹਨਾਂ ਦਾ ਅੰਤ ਨੇੜੇ ਆ ਗਿਆ ਸੀ, ਕਿਉਂਕਿ ਪੂਰੀ ਝੋਪੜੀ ਨੂੰ ਪਾਣੀ ਵਿੱਚ ਡੁੱਬ ਜਾਣ ਵਿੱਚ ਕੁਝ ਘੰਟੇ ਤੋਂ ਜ਼ਿਆਦਾ ਨਹੀਂ ਲੱਗਣੇ ਸਨ। It had been raining heavily and continuously
for 3 days। 3 ਦਿਨਾਂ ਤੋਂ ਬਹੁਤ ਜ਼ੋਰ ਦੀ ਅਤੇ ਲਗਾਤਾਰ ਬਾਰਿਸ਼ ਹੋ ਰਹੀ ਸੀ। ਚੇਨਾ came out of the hut by breaking open one row of the thatched roof and looked around। ਚੇਨਾ ਘਾਹ ਫੂਸ ਦੀ ਬਣੀ ਛੱਤ ਦੀ ਇੱਕ ਪੰਗਤੀ ਤੋੜ ਕੇ ਬਾਹਰ ਨਿਕਲਿਆ ਅਤੇ ਚਾਰੇ ਪਾਸੇ ਨਜ਼ਰ ਦੌੜਾਈ। At some distance there was a catamaran। ਕੁਝ ਦੂਰੀ 'ਤੇ ਉੱਥੇ ਇੱਕ ਸ਼ਤੀਰੀਆਂ ਦੀ ਬਣੀ ਕਿਸ਼ਤੀ ਸੀ। ਚੇਨਾ cried loud to the boatman। ਚੇਨਾ ਨੇ ਉੱਚੀ ਆਵਾਜ਼ ਵਿੱਚ ਕਿਸ਼ਤੀ ਵਾਲਿਆਂ ਨੂੰ ਪੁਕਾਰਿਆ। Luckily they heard him and came to help him। ਖੁਸ਼ਕਿਸਮਤੀ ਨਾਲ ਉਹਨਾਂ ਨੇ ਉਸ ਦੀ ਆਵਾਜ਼ ਸੁਣ ਲਈ ਅਤੇ ਉਸ ਦੀ ਮਦਦ ਲਈ ਆ ਗਏ। He quickly pulled out his women and kids as well as the cat and the dog through the crack of the wall। ਉਸਨੇ ਜਲਦੀ ਹੀ ਆਪਣੀ ਔਰਤ, ਬੱਚਿਆਂ, ਬਿੱਲੀ ਅਤੇ ਕੁੱਤੇ ਨੂੰ ਵੀ ਦੀਵਾਰ ਦੀ ਦਰਾਰ ਵਿੱਚੋਂ ਖਿੱਚ ਕੇ ਬਾਹਰ ਕੱਢ ਲਿਆ। The kids were getting on to the catamaran। ਬੱਚੇ ਕਿਸ਼ਤੀ ਵਿੱਚ ਸਵਾਰ ਹੋ ਰਹੇ ਸਨ। ਚੇਨਾ ਚਾਹ ਪੂਹੇ। ਚੇਨਾ heard someone shouting from the west। ਚੇਨਾ ਚਾਹ ਪੂਹੇ। ਚੇਨਾ ਨੇ ਪੱਛਮ ਵੱਲ ਕਿਸੇ ਨੂੰ ਉੱਚੀ ਆਵਾਜ਼ ਲਗਾਉਂਦੇ ਹੋਏ ਸੁਣਿਆ। He turned around। ਉਸਨੇ ਮੁੜ ਕੇ ਦੇਖਿਆ। Come on here। ਇੱਧਰ ਆ ਜਾਓ। It was Mediathra Kunappa calling from his rooftop। ਇਹ ਮਦਿਆਥਰਾ ਕੁਨਹੱਪਾ ਸੀ ਜੋ ਆਪਣੀ ਛੱਤ ਦੀ ਚੋਟੀ ਤੋਂ ਆਵਾਜ਼ ਲਗਾ ਰਿਹਾ ਸੀ। ਚੇਨਾ's wife also got on the catamaran। ਚੇਨਾ ਦੀ ਪਤਨੀ ਵੀ ਕਿਸ਼ਤੀ ਵਿੱਚ ਸਵਾਰ ਹੋ ਗਈ। So did the cat। ਬਿੱਲੀ ਵੀ ਸਵਾਰ ਹੋ ਗਈ। No one took notice of the dog who was still sniffing round in one corner of the hut। ਕੁੱਤੇ ਦੀ ਤਰਫ ਕਿਸੇ ਨੇ ਧਿਆਨ ਨਾ ਦਿੱਤਾ ਜੋ ਝੋਪੜੀ ਵਿੱਚ ਇੱਕ ਕੋਨੇ ਵਿੱਚ ਅਜੇ ਵੀ ਸੁੰਘਦਾ ਫਿਰ ਰਿਹਾ ਸੀ। The catamaran started moving। ਕਿਸ਼ਤੀ ਨੇ ਚੱਲਣਾ ਸ਼ੁਰੂ ਕਰ ਦਿੱਤਾ। Now it was in mid water again। ਇਹ ਫਿਰ ਤੋਂ ਪਾਣੀ ਦੇ ਵਿੱਚ ਪਹੁੰਚ ਗਈ। Heavy rain started
again. ਭਾਰੀ ਬਾਰਿਸ਼ ਫਿਰ ਤੋਂ ਸ਼ੁਰੂ ਹੋ ਗਈ. What then? His master had reached Ambalpuja at night. ਤਦ ਤੱਕ ਉਸ ਦਾ ਮਾਲਕ ਰਾਤ ਪਏ ਅੰਬਲਪੁਜਾ ਪਹੁੰਚ ਚੁੱਕਾ ਸੀ. A huge crocodile came near the house. ਇੱਕ ਵਿਸ਼ਾਲ ਮਗਰਮੱਛ ਝੌਪੜੀ ਦੇ ਨਜ਼ਦੀਕ ਆ ਗਿਆ. The dog lowered his tail in fear and started barking. ਕੁੱਤੇ ਨੇ ਡਰ ਨਾਲ ਆਪਣੀ ਪੂੰਛ ਹੇਠਾਂ ਨੂੰ ਕਰ ਲਈ ਅਤੇ ਭੌਂਕਣਾ ਸ਼ੁਰੂ ਕਰ ਦਿੱਤਾ. But the crocodile just went away. ਪਰ ਮਗਰਮੱਛ ਉੱਥੋਂ ਚਲਾ ਗਿਆ. The hungry dog howled from rooftop, looking out into the dark and cloudy sky. ਭੁੱਖਾ ਕੁੱਤਾ ਛੱਤ ਦੇ ਉੱਪਰੋਂ ਦੀ ਗੁਰਾਇਆ. ਹਾਊਲਡ ਮਤਲਬ ਗੁਰਾਉਣਾ, ਰੂਫ ਟੌਪ ਦਾ ਮਤਲਬ ਹੁੰਦਾ ਹੈ ਛੱਤ ਦੇ ਉੱਪਰੋਂ. ਠੀਕ ਹੈ. ਕਾਲੇ ਅਤੇ ਬੱਦਲਾਂ ਵਾਲੇ ਆਕਾਸ਼ ਨੂੰ ਦੇਖਦਾ ਹੋਇਆ. His cries reached places far off. ਉਸ ਦੀਆਂ ਚੀਕਾਂ ਦੂਰ ਦੂਰ ਦੀਆਂ ਥਾਵਾਂ ਤੱਕ ਪਹੁੰਚ ਰਹੀਆਂ ਸਨ. And those who were still guarding their houses must have said. ਅਤੇ ਅਜਿਹੇ ਲੋਕ ਜੋ ਅਜੇ ਵੀ ਆਪਣੇ ਘਰ ਦੀ ਰਖਵਾਲੀ ਕਰ ਰਹੇ ਸਨ ਕਹਿਣ ਲੱਗੇ, ਆਇਓ, a dog is left alone on the house top. ਛੱਤ ਦੇ ਉੱਪਰ ਇੱਕ ਕੁੱਤਾ ਇਕੱਲਾ ਰਹਿ ਗਿਆ ਹੈ. The dog cried out continuously for a long time. ਕੁੱਤਾ ਲੰਮੇ ਸਮੇਂ ਤੱਕ ਲਗਾਤਾਰ ਚਿਲਾਉਂਦਾ ਰਿਹਾ. Then he was too tired to cry. ਫਿਰ ਉਹ ਇੰਨਾ ਥੱਕ ਗਿਆ ਕਿ ਚੀਕ ਵੀ ਨਾ ਸਕਿਆ. From some house in the north, a man was chanting the Ramayana. ਉੱਤਰ ਦੀ ਦਿਸ਼ਾ ਵਿੱਚ ਕਿਸੇ ਮਕਾਨ ਵਿੱਚ ਇੱਕ ਆਦਮੀ ਰਮਾਇਣ ਦਾ ਪਾਠ ਕਰ ਰਿਹਾ ਸੀ. For some time the dog turned towards the sound as if he was listening to the chant. ਕੁਝ ਸਮੇਂ ਤੱਕ ਕੁੱਤਾ ਉਸ ਆਵਾਜ਼ ਦੇ ਵੱਲ ਮੂੰਹ ਕੀਤੇ ਬੈਠਾ ਰਿਹਾ, ਮੰਨੋ ਉਹ ਉਸ ਭਜਨ ਨੂੰ ਸੁਣ ਰਿਹਾ ਹੋਵੇ. Again he started crying. ਉਸਨੇ ਫਿਰ ਤੋਂ ਚਿਲਾਉਣਾ ਸ਼ੁਰੂ ਕਰ ਦਿੱਤਾ. Soon nothing could be heard except the roar of the wind and the
ਸਾਊਂਡ ਆਫ ਦਾ ਵੇਵਸ, ਜਲਦੀ ਹੀ ਹਵਾ ਦੇ ਸ਼ੋਰ ਅਤੇ ਲਹਿਰਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਸੁਣਾਈ ਨਹੀਂ ਦਿੱਤਾ। ਇਟ ਵਾਸ ਅਰਲੀ ਮਾਰਨਿੰਗ, ਸਵੇਰ ਦਾ ਸਮਾਂ ਸੀ। ਦ ਡੌਗ ਸਟਾਰਟਡ ਗਰੋਨਿੰਗ, ਗੁਰਾਉਣਾ, ਕੁੱਤੇ ਨੇ ਗੁਰਾਉਣਾ ਸ਼ੁਰੂ ਕਰ ਦਿੱਤਾ। ਫਰੋਗ ਸਟਾਰਟਡ ਲੁਕਿੰਗ ਐਟ ਹਿਮ ਅਮੇਜ਼ਡ, ਮੇਢਕ ਹੈਰਾਨ ਹੋਏ ਉਸ ਵੱਲ ਦੇਖਣ ਲੱਗ ਪਏ। ਹੀ ਲੁੱਕਡ ਐਟ ਦਾ ਥੈਚਡ ਰੂਫਸ, ਉਸਨੇ ਘਾਹ ਫੂਸ ਦੀਆਂ ਬਣੀਆਂ ਛੱਤਾਂ ਵੱਲ ਦੇਖਿਆ। ਦੇ ਵਰ ਹਿਜ਼ ਓਨਲੀ ਹੋਪ, ਉਹੀ ਉਸ ਦੀ ਇੱਕਮਾਤਰ ਆਸ ਸੀ। ਨੋ ਫਾਇਰ ਵਾਂਟ ਐਨੀਵੇਅਰ, ਕਿਤੇ ਵੀ ਕੋਈ ਅੱਗ ਨਹੀਂ ਬਲ ਰਹੀ ਸੀ। ਫਲੀਜ਼ ਮਤਲਬ ਪਿੱਸੂ। ਬਿੱਟ ਹਿਮ, ਪਿੱਸੂ ਉਸਨੂੰ ਕੱਟ ਰਹੇ ਸਨ। ਐਂਡ ਹੀ ਡਰੋਵ ਦੈਮ ਅਵੇ ਵਿਦ ਹਿਜ਼ ਪਾਸ, ਅਤੇ ਉਹ ਉਹਨਾਂ ਨੂੰ ਆਪਣੇ ਪੰਜੇ ਮਾਰ ਮਾਰ ਕੇ ਭਜਾ ਰਿਹਾ ਸੀ। The sun shone for some time, ਸੂਰਜ ਕੁਝ ਦੇਰ ਲਈ ਚਮਕਿਆ। He dozed off in the sunlight, ਉਹ ਸੂਰਜ ਦੀ ਧੁੱਪ ਵਿੱਚ ਊਂਘਦਾ ਹੋਇਆ ਸੌਂ ਗਿਆ। ਡੋਜ਼ਡ ਮਤਲਬ ਊਂਘਣਾ। He jumped and barked when he saw the shadow of the banana leaf on the rooftop, ਉਹ ਕੁੱਦਣ ਲੱਗਾ ਅਤੇ ਭੌਂਕਣ ਲੱਗਾ ਜਦ ਉਸਨੇ ਕੇਲੇ ਦੇ ਪੱਤੇ ਦੀ ਛਾਂ ਛੱਤ ਦੇ ਉੱਪਰ ਦੇਖੀ। then the clouds appeared, ਫਿਰ ਬੱਦਲ ਛਾ ਗਏ। it was dark once more, ਇੱਕ ਵਾਰ ਫਿਰ ਤੋਂ ਹਨੇਰਾ ਹੋ ਗਿਆ। the wind stirred the water, ਹਵਾ ਦੇ ਤੇਜ਼ ਵੇਗ ਨਾਲ ਪਾਣੀ ਹਿੱਲਣ ਲੱਗਾ। the carcasses ਮਤਲਬ ਲਾਸ਼ ਬਈ, carcass ਮਤਲਬ ਲਾਸ਼ਾਂ। carcasses of animals floated around in the waves, ਜਾਨਵਰਾਂ ਦੀਆਂ ਲਾਸ਼ਾਂ ਪਾਣੀ ਵਿੱਚ ਇੱਧਰ ਉੱਧਰ ਤੈਰ ਰਹੀਆਂ ਸਨ। the dog looked at them longingly, ਕੁੱਤਾ ਲਾਲਸਾ ਪੂਰਵਕ ਉਹਨਾਂ ਵੱਲ ਦੇਖਣ ਲੱਗਾ। a small boat was moving fast a little away from the house, ਘਰ ਤੋਂ ਕੁਝ ਦੂਰੀ 'ਤੇ ਇੱਕ ਛੋਟੀ ਜਿਹੀ ਕਿਸ਼ਤੀ ਤੇਜ਼ੀ ਨਾਲ ਜਾ ਰਹੀ ਸੀ। the dog saw it, ਕੁੱਤੇ ਨੇ ਇਸ ਨੂੰ ਦੇਖਿਆ। and stood up wagging his tail, ਅਤੇ ਆਪਣੀ ਪੂੰਛ ਹਿਲਾਉਂਦਾ ਹੋਇਆ ਖੜਾ ਹੋ ਗਿਆ। he watched
till it disappeared। ਉਹ ਦੇਖਦਾ ਰਿਹਾ ਜਦ ਤੱਕ ਉਹ ਅੱਖੋਂ ਓਹਲੇ ਨਹੀਂ ਹੋ ਗਈ। ਇਟ ਸਟਾਰਟਡ ਡ੍ਰਿਜ਼ਲਿੰਗ ਅਗੇਨ। ਫਿਰ ਤੋਂ ਬੂੰਦਾਬਾਂਦੀ ਹੋਣ ਲੱਗੀ। ਦ ਡੌਗ ਸਟੁੱਡ ਔਨ ਹਿਜ਼ ਹਾਈਂਡ ਲੈਗਸ। ਕੁੱਤਾ ਆਪਣੀਆਂ ਪਿਛਲੀਆਂ ਲੱਤਾਂ 'ਤੇ ਖੜ੍ਹਾ ਹੋ ਗਿਆ। ਹੀ ਲੁੱਕਡ ਹੈਲਪਲੈਸ। ਉਹ ਬੜਾ ਬੇਸਹਾਰਾ ਜਿਹਾ ਪ੍ਰਤੀਤ ਹੋ ਰਿਹਾ ਸੀ। ਦਾ ਡੀਜ਼ਲ ਸਟਾਪਡ। ਬੂੰਦਾਬਾਂਦੀ ਰੁਕ ਗਈ। ਅ ਸਮੌਲ ਬੋਟ ਕੇਮ ਫਰੋਮ ਦਾ ਹਾਊਸ ਇਨ ਦਾ ਨੌਰਥ ਐਂਡ ਸਟਾਪਡ ਐਟ ਦਾ ਕੋਕੋਨਟ ਟਰੀ। ਉੱਤਰ ਦੀ ਦਿਸ਼ਾ ਵਿੱਚ ਸਥਿਤ ਇੱਕ ਘਰ ਦੀ ਤਰਫ ਤੋਂ ਇੱਕ ਕਿਸ਼ਤੀ ਆਈ ਅਤੇ ਨਾਰੀਅਲ ਵਾਲੇ ਪੇੜ ਦੇ ਕੋਲ ਆ ਕੇ ਰੁਕ ਗਈ। ਦ ਡੌਗ ਵੈਗਡ ਹਿਜ਼ ਟੇਲ। ਦ ਡੌਗ ਵੈਗਡ ਹਿਜ਼ ਟੇਲ। ਕੁੱਤੇ ਨੇ ਆਪਣੀ ਪੂੰਛ ਨੂੰ ਹਿਲਾਇਆ। ਐਂਡ ਮੇਡ ਨੋਇਜ਼ਸ। ਅਤੇ ਸ਼ੋਰ ਕਰਨ ਲੱਗਾ। ਦ ਬੋਟਮੈਨ ਪਿਕਡ ਅਪ ਅ ਕੋਕੋਨਟ ਫਰੋਮ ਦਾ ਟਰੀ। ਕਿਸ਼ਤੀ ਵਾਲੇ ਵਿਅਕਤੀ ਨੇ ਪੇੜ ਤੋਂ ਇੱਕ ਨਾਰੀਅਲ ਤੋੜਿਆ। ਬਰੋਕ ਇਟ ਐਂਡ ਡਰੈਂਕ ਇਟਸ ਜੂਸ। ਅਤੇ ਉਸ ਨੂੰ ਫੋੜ ਕੇ ਇਸ ਦੇ ਰਸ ਨੂੰ ਪੀ ਲਿਆ। ਹੀ ਦੈਨ ਰੋਡ ਆਫ। ਹੀ ਦੈਨ ਰੋਡ ਆਫ। ਫਿਰ ਉਹ ਉੱਥੋਂ ਚਲਾ ਗਿਆ।